ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 39ਵਾਂ। ਅਤੀ ਜ਼ਰੂਰੀ ਸੱਭਿਆਚਾਰਕ ਤੇ ਰੂਹਾਨੀ ਲੋੜਾਂ ਮਨੁੱਖ ਨੂੰ ਜਾਨਵਰ ਨਾਲੋਂ ਵੱਖਰਿਆਉਣ ਵਾਲਾ ਜ਼ਰੂਰੀ ਤੱਤ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆਂ ਆਰਥਿਕ ਵਿਕਾਸ ਤੋਂ ਇਲਾਵਾ ਵੀ ਸਿੱਖ ਪੰਥ ਦੇ ਕੁਝ ਹੋਰ ਰੂਹਾਨੀ ਸਰੋਕਾਰ ਤੇ ਕਾਮਨਾਵਾਂ ਸਨ, ਜਿਨ੍ਹਾਂ ਨੂੰ ਬੁੱਝਣਾ ਤੇ ਸੰਤੁਸ਼ਟ ਕਰਨਾ ਬਣਦਾ ਸੀ। ਪਰ ਅਕਾਲੀ ਲੀਡਰਸ਼ਿਪ ਆਪਣੇ ਸੁੰਗੜਵੇਂ ਵਰਗ ਦ੍ਰਿਸ਼ਟੀਕੋਣ ਦੀ ਵਜ੍ਹਾ ਕਰਕੇ ਸਿੱਖ ਕੌਮ ਦੀਆਂ ਰੂਹਾਨੀ ਆਕਾਂਖਿਆਵਾਂ ਦਾ ਸਹੀ ਅਨੁਮਾਨ ਨਾ ਲਾ ਸਕੀ। ਸਿੱਖ ਜਨਤਾ ਨਿਰਾ ਪੰਜਾਬ ਨੂੰ ਆਰਥਿਕ ਤੌਰ ਤੇ ਹੀ ਖੁਸ਼ਹਾਲ ਹੋਇਆ ਨਹੀਂ ਸੀ ਦੇਖਣਾ ਚਾਹੁੰਦੀ, ਨਾਲ ਹੀ ਸਿੱਖ ਮਨਾਂ ਅੰਦਰ ਸਿੱਖੀ ਨੂੰ ਪ੍ਰਫੁੱਲਤ ਹੋਇਆ ਦੇਖਣ ਦੀ ਖਾਹਿਸ਼ ਵੀ ਦਾੜ ਵੱਟ ਕੇ ਬੈਠੀ ਹੋਈ ਸੀ। ਆਮ ਸਿੱਖ ਆਪਣੀ ਤੇ ਪੰਜਾਬ ਦੀ ਆਰਥਿਕ ਬਿਹਤਰੀ ਲਈ ਯਕੀਨਨ ਹੀ ਜ਼ੋਰਦਾਰ ਇੱਛਾਵਾਂ ਪਾਲ ਰਿਹਾ ਸੀ, ਪਰ ਉਹ ਸਿੱਖੀ ਦੀ ਚੜ੍ਹਦੀ ਕਲਾ ਦਾ ਵੀ ਬਰਾਬਰ ਅਭਿਲਾਖੀ ਸੀ। ਉਹ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਲਈ ਉਤਸੁਕ ਜ਼ਰੂਰ ਸੀ, ਪਰ ਨਾਲ ਹੀ ਉਹ ਪੰਜਾਬ ਦੀ ਸਿੱਖ ਆਤਮਾ ਨੂੰ ਕੋਈ ਜਰਬਾਈ ਨਹੀਂ ਸੀ ਦੇਖ ਜਰ ਸਕਦਾ। ਜੇਕਰ ਉਸ ਨੂੰ ਪੰਜਾਬ ਦੀ ਧਰਤੀ ਤੇ ਇਸ ਦੇ ਵਾਯੂਮੰਡਲ ਚੋਂ ਲਗਾਤਾਰ ਸਿੱਖੀ ਦੀ ਖੁਸ਼ਬੋਈ ਨਹੀਂ ਆਉਂਦੀ, ਤਾਂ ਉਹ ਆਰਥਿਕ ਤੌਰ ਤੇ ਖੁਸ਼ਹਾਲ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਕੰਗਾਲ ਸਮਝਣ ਦੀ ਭਾਵਨਾ ਤੋਂ ਮੁਕਤ ਨਹੀਂ ਹੋ ਸਕਦਾ। ਇਸ ਕਰਕੇ 10 ਸਾਲਾਂ ਦੇ ਅਰਸੇ ਅੰਦਰ ਪੰਜਾਬ ਵਿੱਚ 3 ਵਾਰ ਅਕਾਲੀ ਸਰਕਾਰ ਬਣਨ ਅਤੇ ਟੁੱਟਣ ਦੇ ਸਿਲਸਿਲੇ ਨੇ ਸਿੱਖਾਂ ਦੇ ਮਨਾਂ ਉੱਤੇ ਦੋਹਰਾ ਅਸਰ ਛੱਡਿਆ। ਇਸ ਨੇ ਸਿੱਖ ਆਕਾਂਖਿਆ ਦੇ ਆਰਥਿਕ ਅੱਧ ਨੂੰ ਤਾਂ ਵਾਹ-ਵਾਹ ਹੱਦ ਤੱਕ ਸੰਤੁਸ਼ਟ ਕਰ ਦਿੱਤਾ, ਭਾਵੇਂ ਕਿ ਇਹ ਸੰਤੁਸ਼ਟੀ ਕਦੇ ਵੀ ਸੰਪੂਰਨ ਨਹੀਂ ਹੁੰਦੀ, ਪਰ ਇਸ ਦੇ ਰੂਹਾਨੀ ਅੱਧ ਉੱਤੇ ਲਗਾਤਾਰ ਵਿਰਾਨਗੀ ਛਾਈ ਰਹੀ। ਹੋਰਨਾਂ ਗੱਲਾਂ ਤੋਂ ਇਲਾਵਾ ਇਸ ਦੀ ਇੱਕ ਵੱਡੀ ਵਜ੍ਹਾ ਇਹ ਸੀ ਕਿ ਜਦ ਵੀ ਅਕਾਲੀ ਦਲ ਨੂੰ ਹਕੂਮਤੀ ਤਾਕਤ ਉੱਤੇ ਬਿਰਾਜਮਾਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ, ਤਾਂ ਜਿੱਥੇ ਸਿੱਖ ਸਮਾਜ ਦੀ ਆਰਥਿਕ ਤੇ ਸਮਾਜੀ ਬਿਹਤਰੀ ਲਈ ਤਾਂ ਭਰਪੂਰ ਯਤਨ ਕੀਤੇ ਗਏ, ਉੱਥੇ ਸਿੱਖੀ ਦੀ ਚੜ੍ਹਦੀ ਕਲਾ ਲਈ ਧਾਰਮਿਕ ਤੇ ਸੱਭਿਆਚਾਰਕ ਖੇਤਰ ਅੰਦਰ ਲੋੜੀਂਦੇ ਕਾਰਗਰ ਕਦਮ ਉਠਾਉਣ ਤੋਂ ਨਿਰੰਤਰ ਟਾਲਾ ਵੱਟਿਆ ਗਿਆ। ਹੋਰ ਤਾਂ ਹੋਰ ਧਰਮ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਕਾਰਜ ਨੂੰ ਨਜ਼ਰ ਅੰਦਾਜ਼ ਕਰਕੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਪ੍ਰਤੀ ਪ੍ਰਗਟਾਇਆ ਵਧਵਾਂ ਜੋਸ਼ ਸਿੱਖ ਪੰਥ ਨੂੰ ਨੈਤਿਕ ਨਿਗਹਾਰ ਅਤੇ ਰੂਹਾਨੀ ਗੁਰਬਤ ਦੇ ਰਾਹ ਉੱਤੇ ਲੈ ਤੁਰਿਆ। ਸਿੱਖ ਸਮਾਜ ਅੰਦਰਲਾ ਇੱਕ ਵਰਗ ਆਰਥਿਕ ਤੌਰ ਤੇ ਜ਼ਰੂਰ ਮਾਲਾਮਾਲ ਹੋ ਗਿਆ, ਪਰ ਇਸ ਦੇ ਲਈ ਖਾਲਸਾ ਪੰਥ ਨੂੰ ਬਹੁਤ ਹੀ ਭਾਰੀ ਕੀਮਤ ਚੁਕਾਉਣੀ ਪੈ ਗਈ। ਆਰਥਿਕ ਖੁਸ਼ਹਾਲੀ ਦੀਆਂ ਪੁਲਾਂਘਾਂ ਭਰ ਰਹੇ ਪੰਜਾਬ ਅੰਦਰ ਸਿੱਖੀ ਦੀ ਰੂਹ ਨਿਰੰਤਰ ਮੁਰਝਾਉਂਦੀ ਚਲੀ ਗਈ ਅਤੇ ਸਿੱਖ ਸਮਾਜ ਅਨੇਕਾਂ ਕਿਸਮ ਦੇ ਨਿਘਾਰਵਾਦੀ ਅਮਲਾਂ ਦੀ ਮਾਰੂ ਜਕੜ ਵਿੱਚ ਆ ਕੇ ਰਹਿ ਗਿਆ। ਸਿਰਲੇਖ ਨੈਤਿਕ ਤੇ ਸੱਭਿਆਚਾਰਕ ਵਿਗਾੜ। ਆਰਥਿਕ ਖੁਸ਼ਹਾਲੀ ਨੇ ਧਨਾੜ ਸਿੱਖ ਵਰਗ ਦੀ ਜੀਵਨ ਸ਼ੈਲੀ ਅੰਦਰ ਵੱਡੇ ਵਿਗਾੜ ਪੈਦਾ ਕਰ ਦਿੱਤੇ। ਖਾਸ ਕਰਕੇ ਜੱਟ ਜ਼ਿਮੀਂਦਾਰ ਤਬਕੇ ਅੰਦਰ ਇਹ ਦੇਖਣ 'ਚ ਆਇਆ ਕਿ ਇਸ ਵਰਗ ਕੋਲ ਪੈਸੇ ਨੂੰ ਸਾਂਭਣ ਦਾ ਮਾਜਣਾ ਨਹੀਂ ਅਤੇ ਨਾ ਹੀ ਇਸ ਨੂੰ ਵਰਤਣ ਦੀ ਤਹਿਜੀਬ ਹੈ। ਉਸ ਦੀ ਸੋਚ ਅਤੇ ਵਿਹਾਰ ਉੱਤੇ ਜਾਗੀਰੂ ਸੱਭਿਆਚਾਰ ਦਾ ਗਹਿਰਾ ਅਸਰ ਹੋਣ ਕਰਕੇ ਉਸ ਅੰਦਰ ਪੈਸੇ ਦਾ ਫਜ਼ੂਲ ਉਜਾੜਾ ਤੇ ਉਜੱਡ ਪ੍ਰਗਟਾਵਾ ਕਰਨ ਦੀ ਜਾਗੀਰੂ ਪ੍ਰਵਿਰਤੀ ਬਹੁਤ ਮਜ਼ਬੂਤ ਹੈ। ਹਰੇ ਇਨਕਲਾਬ ਦੇ ਮੁੱਢਲੇ ਸਾਲਾਂ ਅੰਦਰ ਉਹ ਪੈਸੇ ਦੀ ਪੈਦਾਵਾਰ ਮੁਖੀ ਸਰਮਾਇਆਕਾਰੀ ਦੇ ਪੂੰਜੀਵਾਦੀ ਸੱਭਿਆਚਾਰ ਤੋਂ ਨਾ ਤਾਂ ਵਾਕਿਫ ਸੀ ਤੇ ਨਾ ਹੀ ਆਦੀ। ਭਾਵੇਂ ਧਨਾੜ ਜ਼ਮੀਂਦਾਰ ਵਰਗ ਅੰਦਰਲੇ ਕੁਝ ਪੜ੍ਹੇ ਲਿਖੇ ਤੱਤ ਹੌਲੀ ਹੌਲੀ ਇਸ ਪਾਸੇ ਵੱਲ ਰੁਚਿਤ ਹੋਣੇ ਸ਼ੁਰੂ ਹੋ ਗਏ,
ਅਤੇ ਉਹਨਾਂ ਖੇਤੀ ਦੇ ਨਾਲ ਹੀ ਖੇਤੀਬਾੜੀ ਨਾਲ ਜੁੜਵੇਂ ਵਪਾਰਕ ਖੇਤਰਾਂ, ਡੀਜ਼ਲ ਤੇ ਪੈਟਰੋਲ ਪੰਪ, ਆੜਤ, ਕੋਲਡ ਸਟੋਰ, ਸੈਲਰ, ਕੀੜੇ ਮਾਰ ਤੇ ਨਦੀਨ ਨਾਸ਼ਕ ਦਵਾਈਆਂ ਦੀ ਵਿਕਰੀ ਆਦ ਅੰਦਰ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਪਰ ਅਜਿਹੇ ਤੱਤਾਂ ਦੀ ਇੱਕ ਤਾਂ ਗਿਣਤੀ ਬਹੁਤੀ ਜ਼ਿਆਦਾ ਨਹੀਂ ਬਣਦੀ, ਦੂਜਾ ਇਹਨਾਂ ਵਪਾਰਕ ਸਰਗਰਮੀਆਂ ਵਿੱਚ ਪੈਣ ਦੇ ਬਾਵਜੂਦ ਉਹਨਾਂ ਦੀ ਸੋਚ ਅਤੇ ਵਿਹਾਰ ਅੰਦਰ ਕੋਈ ਬੁਨਿਆਦੀ ਬਦਲਾਅ ਨਹੀਂ ਆਇਆ। ਸੋ ਕੁੱਲ ਮਿਲਾ ਕੇ ਸਿੱਖ ਜ਼ਿਮੀਂਦਾਰਾਂ ਵਰਗ ਨੇ ਆਪਣੀ ਦੌਲਤ ਦੇ ਅਫਰੇਵੇਂ ਨਾਲ ਜਗੀਰੂ ਚੱਜ ਖਿਲਾਰਨੇ ਜਾਰੀ ਰੱਖੇ। ਵਿਆਹਾਂ, ਠਾਕਿਆਂ ਅਤੇ ਅਜਿਹੀਆਂ ਹੋਰਨਾਂ ਸਮਾਜੀ ਰਸਮਾਂ ਤੇ ਸਮਾਗਮਾਂ ਉੱਤੇ ਅੰਨ੍ਹੇਵਾਹ ਪੈਸਾ ਵਹਾਉਣਾ, ਸਮਾਜ ਅੰਦਰ ਆਪਣੀ ਠੁੱਕ ਬਣਾਉਣ ਲਈ ਮੂੰਹ ਮੰਗਿਆ ਦਾਜ ਦੇਣਾ ਅਤੇ ਮੂੰਹ ਅੱਡ ਕੇ ਦਾਜ ਮੰਗਣਾ, ਵਿਆਹਾਂ ਤੇ ਹੋਰਨਾਂ ਖੁਸ਼ੀ ਵਾਲੇ ਮੌਕਿਆਂ ਉੱਤੇ ਸ਼ਰਾਬ, ਕਬਾਬ, ਗਾਉਣ ਵਜਾਉਣ ਤੇ ਨੱਚਣ ਭੁੜਕਣ ਵਾਲੇ ਅਸ਼ਲੀਲ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣੀ, ਵਿਆਹਾਂ ਉੱਤੇ ਗਾਉਣ ਵਾਲਿਆਂ, ਖਾਸ ਕਰਕੇ ਗਾਉਣ ਵਾਲੀਆਂ ਨੂੰ ਸੱਦਣ ਦੀ ਰੀਤ ਵੱਧ ਜ਼ਿਮੀਂਦਾਰ ਵਰਗ ਨੇ ਹੀ ਤੋਰੀ ਤੇ ਪਾਲੀ ਹੈ ਅਤੇ ਆਪਣੀ ਔਕਾਤ ਨੂੰ ਜ਼ਮੀਨ ਮਾਲਕੀ ਦੇ ਗਜ਼ਾਂ ਨਾਲ ਨਾਪਣਾ ਇਸ ਜਾਗੀਰੂ ਸੱਭਿਆਚਾਰ ਦੀਆਂ ਪ੍ਰਮੁੱਖ ਅਲਾਮਤਾਂ ਹਨ, ਜੋ ਸਿੱਖੀ ਦੀਆਂ ਸਮਾਜੀ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਸਿੱਧਮ ਸਿੱਧਾ ਨਿਖੇਧ ਹਨ। ਇਹ ਧਨਵਾਨ ਜ਼ਿਮੀਂਦਾਰ ਤਬਕਾ ਹੀ ਹੈ ਜਿਸ ਨੇ ਆਪਣੀ ਨਵੀਂ ਤਾਲੋਂ ਉਖੜੀ ਜੀਵਨ ਸ਼ੈਲੀ ਦੇ ਜ਼ਰੀਏ ਪੰਜਾਬ ਦੇ ਪੇਂਡੂ ਸਮਾਜ ਦੀ ਨਿਰਮਲਤਾ ਅੰਦਰ ਪੱਛਮ ਦੇ ਨਿਘਾਰਵਾਦੀ ਸੱਭਿਆਚਾਰ ਦੀ ਸੜਿਆਂਦ ਫੈਲਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਹਰੇ ਇਨਕਲਾਬ ਦੀਆਂ ਬਰਕਤਾਂ ਸਦਕਾ ਪੰਜਾਬ ਨੂੰ ਸ਼ਰਾਬ ਦੀ ਪ੍ਰਤੀ ਜੀ ਖਪਤ ਦੇ ਮਾਮਲੇ 'ਚ ਏਸ਼ੀਆ ਦਾ ਸਭ ਤੋਂ ਮੋਹਰੀ ਪ੍ਰਾਂਤ ਬਣਾਉਣ ਦਾ ਸਿਹਰਾ ਵੱਧ ਖਾਂਦੇ ਪੀਂਦੇ ਪੇਂਡੂ ਜ਼ਿਮੀਂਦਾਰ ਵਰਗ ਦੇ ਸਿਰ ਹੀ ਵੱਜਦਾ ਹੈ। ਧਨਾੜ ਜ਼ਿਮੀਂਦਾਰ ਤੱਤਾਂ ਨੇ ਹੀ ਆਪਣੀ ਸੰਤਾਨ ਨੂੰ ਮਹਿੰਗੇ ਅੰਗਰੇਜ਼ੀ ਸਕੂਲਾਂ ਅੰਦਰ ਪੜ੍ਹਾਉਣ ਦੀ ਰੀਤ ਦਾ ਤੋਰਾ ਤੋਰਿਆ, ਜਿਸ ਨਾਲ ਪੱਛਮ ਦੀ ਨੀਵੀਂ ਪੱਧਰ ਦੀ ਨਕਲ ਉੱਤੇ ਪੰਜਾਬ ਅੰਦਰ ਅੰਗਰੇਜ਼ੀ ਸਕੂਲਾਂ ਦਾ ਜਾਲ ਵਿਛ ਗਿਆ। ਚੰਗੀਆਂ ਨੌਕਰੀਆਂ ਤੇ ਉੱਚੀਆਂ ਪਦਵੀਆਂ ਦੀ ਝਾਕ ਨੇ ਸਿੱਖ ਜਨਤਾ ਨੂੰ ਇਹ ਸੋਚਣ ਤੇ ਬੁੱਝਣ ਦਾ ਮੌਕਾ ਹੀ ਨਾ ਦਿੱਤਾ ਕਿ ਤਾਲੀਮ ਦਾ ਸੱਭਿਆਚਾਰ ਨਾਲ ਬਹੁਤ ਹੀ ਗਹਿਰਾ ਸੰਬੰਧ ਹੁੰਦਾ ਹੈ ਅਤੇ ਬੇਗਾਨੀ ਤਾਲੀਮ ਬੇਗਾਨੀ ਤਹਿਜ਼ੀਬ ਤੇ ਸੰਚਾਰ ਤੇ ਪਾਸਾਰ ਦਾ ਹੀ ਸਾਧਨ ਹੋ ਨਿਬੜਦੀ ਹੈ। ਪੰਜਾਬ ਅੰਦਰ ਇਵੇਂ ਹੀ ਹੋਇਆ। ਹਰੇ ਇਨਕਲਾਬ ਦੇ ਨਾਲ ਹੀ ਪੰਜਾਬ ਅੰਦਰ ਇੱਕ ਪੁੱਠਾ ਸੱਭਿਆਚਾਰਕ ਇਨਕਲਾਬ ਆ ਵੜਿਆ। ਅਸ਼ਲੀਲ ਫਿਲਮਾਂ, ਲੱਚਰ ਕਿਸਮ ਦੇ ਗਾਉਣ ਵਜਾਉਣ, ਬਿਮਾਰ ਰੁਚੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਸਿਹਤ ਸਮੱਗਰੀ, ਭੜਕੀਲੇ ਪਹਿਰਾਵੇ, ਸ਼ਰਾਬ ਅਤੇ ਸਿਗਰਟ ਨੋਸ਼ੀ ਦਾ ਖੁੱਲ੍ਹਾ ਸੇਵਨ, ਦੌਲਤ ਦਾ ਅੰਨਾ ਤੇ ਉਜੱਡ ਦਿਖਾਵਾ, ਆਪਣੇ ਸੱਭਿਆਚਾਰ ਤੇ ਵਿਰਸੇ ਪ੍ਰਤੀ ਨਕਾਰੀ ਭਾਵਨਾ, ਪੱਛਮ ਦੇ ਵਿਚਾਰਾਂ ਤੇ ਇਸ ਦੀ ਜੀਵਨ ਸ਼ੈਲੀ ਪ੍ਰਤੀ ਅੰਨੀ ਸ਼ਰਧਾ ਤੇ ਇਸ ਦੀ ਨਿਰਸੰਕੋਚ ਨਕਲ ਕਰਨ ਦਾ ਢਾਹੂ ਰੁਝਾਨ ਇਸ ਸੱਭਿਆਚਾਰ ਦੇ ਉੱਭਰਵੇਂ ਰੂਪ ਪ੍ਰਗਟਾਵੇ ਹਨ। ਇਸ ਸੱਭਿਆਚਾਰ ਨੇ ਸਿੱਖ ਨੌਜਵਾਨਾਂ ਅੰਦਰ ਪਦਤ ਪੁਣੇ ਦੀ ਲਹਿਰ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਅਤੇ ਇੱਥੇ ਵੀ ਫਿਰ ਪੇਂਡੂ ਜ਼ਿਮੀਂਦਾਰ ਵਰਗ ਹੀ ਸੀ ਜਿਸ ਨੇ ਇਸ ਪਦਤ ਪੁਣੇ ਦੀ ਲਹਿਰ ਦਾ ਸਭ ਤੋਂ ਵੱਧ ਅਸਰ ਕਬੂਲਿਆ। ਜ਼ਿਮੀਂਦਾਰ ਸਿੱਖ ਪਰਿਵਾਰਾਂ ਦੇ ਨੌਜਵਾਨ ਲੜਕਿਆਂ ਅੰਦਰ ਅਤੇ ਜ਼ਿਆਦਾ ਮਾਡਰਨ ਲੜਕੀਆਂ ਅੰਦਰ ਵੀ ਮੋਨੇ ਹੋਣ, ਦਾੜੀਆਂ ਮੁੰਨਣ, ਜੀਨਾਂ ਪਹਿਨਣ, ਸ਼ਰਾਬਾਂ ਸਿਗਰਟਾਂ ਪੀਣ, ਨਾਵਾਂ ਪਿੱਛੇ ਸਿੰਘ ਅਤੇ ਕੌਰ ਦੀ ਵਰਤੋਂ ਬੰਦ ਕਰਕੇ ਆਪਣੇ ਆਪ ਨੂੰ ਅਗਾਂਹ ਵਧੂ ਸਮਝਣ ਦਾ ਭਰਮ ਪਾਲਣ, ਧਰਮ ਨੂੰ ਪੁਰਾਤਨ ਤੇ ਵੇਲਾ ਵਿਹਾ ਚੁੱਕਿਆ ਫਲਸਫਾ ਕਰਾਰ ਦੇ ਕੇ ਨਾਸਤਿਕ ਅਖਵਾਉਣ ਵਿੱਚ ਉਚੇਚੀ ਟੌਰ ਸਮਝਣ ਵਰਗੀਆਂ ਨਾਕਾਰੀ ਰੁਚੀਆਂ ਨੇ ਸਿੱਖ ਧਰਮ ਦੇ ਸੱਭਿਆਚਾਰ ਲਈ ਵੱਡਾ ਸੰਕਟ ਖੜਾ ਕਰ ਦਿੱਤਾ। ਇਹ ਗੱਲ ਖਾਸ ਤੌਰ ਤੇ ਨੋਟ ਕਰਨ ਵਾਲੀ ਹੈ ਕਿ ਸ਼ਹਿਰੀ ਮੱਧ ਵਰਗੀ ਸਿੱਖ ਤਬਕੇ ਇਸ ਲਹਿਰ ਤੋਂ
ਮੁਕਾਬਲਤਨ ਮਹਿਫੂਜ਼ ਰਹੇ। ਇਸ ਮਹਾਮਾਰੀ ਨੇ ਵੱਧ ਪੇਂਡੂ ਸਿੱਖ ਤਬਕਿਆਂ ਨੂੰ ਹੀ ਪ੍ਰਭਾਵਿਤ ਕੀਤਾ। ਵੇਲੇ ਦੀ ਸਿੱਖ ਲੀਡਰਸ਼ਿਪ ਇਸ ਸੱਭਿਆਚਾਰਕ ਹਮਲੇ ਦੇ ਅਮਲੀ ਤੱਤ ਨੂੰ ਪਛਾਣਨ ਤੇ ਇਸ ਦੀ ਰੋਕਥਾਮ ਲਈ ਅਸਰਦਾਰ ਉਪਾਅ ਜਟਾਉਣ 'ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ। ਸਿੱਖ ਆਗੂਆਂ ਤੇ ਦਾਨਿਸ਼ਮੰਦਾਂ ਦੇ ਉਸ ਦੌਰ ਦੇ ਬਿਆਨਾਂ ਤੇ ਲਿਖਤਾਂ 'ਚੋਂ ਦੋ ਤੱਥ ਬੜੇ ਸਾਫ਼ ਉਘੜਦੇ ਹਨ। ਇੱਕ ਇਹ ਕਿ ਜਥੇਦਾਰ ਸੱਭਿਆਚਾਰ ਤੋਂ ਅਭਿੱਜ ਵਪਾਰਕ ਤੇ ਸਰਮਾਏਦਾਰੀ ਰੁਚੀਆਂ ਵਾਲੇ ਅਕਾਲੀ ਆਗੂਆਂ ਨੂੰ ਇਸ ਖਤਰੇ ਦਾ ਸ਼ਿੱਦਤ ਭਰਿਆ ਅਹਿਸਾਸ ਨਹੀਂ ਸੀ, ਕਿਉਂਕਿ ਉਹਨਾਂ ਦੀ ਵੱਧ ਸੁਤਾ ਆਪਣੇ ਵਪਾਰਕ ਹਿੱਤਾਂ ਵੱਲ ਸੀ ਅਤੇ ਉਹਨਾਂ ਨੂੰ ਸਿੱਖੀ ਦੇ ਪਤਨ, ਖਾਸ ਕਰਕੇ ਇਸ ਵਿੱਚ ਆ ਰਹੇ ਸਿਧਾਂਤਕ ਤੇ ਨੈਤਿਕ ਨਿਘਾਰ ਦੀ ਬਹੁਤੀ ਚਿੰਤਾ ਨਹੀਂ ਸੀ। ਇਸ ਕਰਕੇ ਉਹਨਾਂ ਦੇ ਪ੍ਰਤੀਕਰਮ ਪਤਿਤ ਪੁਣੇ ਦੇ ਵਰਤਾਰੇ ਉੱਤੇ ਰਿਵਾਜਨ ਤੇ ਰਸਮੀ ਅਥਰੂ ਕੇਰਨ ਤੱਕ ਹੀ ਸੀਮਿਤ ਰਹੇ ਸਨ। ਪਤਿਤ ਪੁਣੇ ਦੇ ਰੁਝਾਨ ਤੋਂ ਤਹਿ ਦਿਲੋਂ ਚਿੰਤਾਗ੍ਰਸਤ ਤੇ ਅਸ਼ਾਂਤ ਹੋਏ ਟਕਸਾਲੀ ਸਿੱਖ ਆਗੂ ਤੇ ਵਿਦਵਾਨ ਇਸ ਵਰਤਾਰੇ ਨੂੰ ਕਮਿਊਨਿਜ਼ਮ ਦੀ ਚੜ੍ਹਤ ਨਾਲ ਜੋੜ ਕੇ ਵੇਖਦੇ ਸਨ ਅਤੇ ਇਸੇ ਧਾਰਨਾ ਤਹਿਤ ਆਪਣਾ ਵੱਧ ਗੁੱਸਾ ਕਮਿਊਨਿਸਟ ਲਹਿਰ ਉੱਤੇ ਕੱਢ ਰਹੇ ਸਨ। ਉਹਨਾਂ ਦੀ ਇਹ ਧਾਰਨਾ ਪੂਰਨ ਸੱਚਾਈ ਉੱਤੇ ਆਧਾਰਿਤ ਨਹੀਂ ਸੀ ਤੇ ਨਾ ਹੀ ਪੂਰਨ ਸੱਚਾਈ ਨੂੰ ਰੂਪਮਾਨ ਕਰਦੀ ਸੀ। ਪਤਿਤ ਪੁਣੇ ਦੀ ਲਹਿਰ ਦਾ ਮੂਲ ਸੋਮਾ ਪੱਛਮੀ ਸੱਭਿਆਚਾਰ ਸੀ ਤੇ ਸਿੱਖ ਧਰਮ ਦੇ ਸੰਬੰਧ ਵਿੱਚ ਇਸ ਵਰਤਾਰੇ ਨੂੰ ਉਕਸਾਹਟ ਦੇਣ ਵਾਲਾ ਮੁੱਖ ਤੱਤ ਹਿੰਦੂਵਾਦ ਸੀ। ਜੇਕਰ ਇਹ ਗੱਲ ਨਾ ਹੁੰਦੀ ਅਤੇ ਜੇਕਰ ਪਤਿਤ ਪੁਣੇ ਦੀ ਲਹਿਰ ਕਮਿਊਨਿਜ਼ਮ ਦੀ ਦੇਣ ਹੀ ਹੁੰਦੀ ਤਾਂ ਕਮਿਊਨਿਸਟ ਲਹਿਰ ਦੇ ਪਤਨ ਨਾਲ ਪਤਿਤ ਪੁਣੇ ਦੇ ਰੁਝਾਨ ਨੂੰ ਵੀ ਭਾਰੀ ਠੱਲ ਪੈ ਗਈ ਹੁੰਦੀ, ਪਰ ਅਜਿਹਾ ਨਹੀਂ ਹੋਇਆ। ਸਿਰਲੇਖ ਕਮਿਊਨਿਸਟ ਲਹਿਰ। ਅੱਜ ਜਦ ਕਿ ਕਮਿਊਨਿਸਟ ਲਹਿਰ ਦੇ ਪਰਛਾਵੇਂ ਪੂਰੀ ਤਰ੍ਹਾਂ ਢਲ ਚੁੱਕੇ ਹਨ ਤਾਂ ਸਿੱਖ ਸਮਾਜ ਅੰਦਰ ਪਤਿਤ ਪੁਣੇ ਦੀਆਂ ਕੁਰੁਚੀਆਂ ਦੱਬਣ ਦੀ ਬਜਾਏ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਪ੍ਰਚੰਡ ਰੂਪ ਧਾਰਨ ਕਰ ਗਈਆਂ ਹਨ। ਇਸ ਨਾਲ ਇਹ ਗੱਲ ਖੁਦ ਬਖੁਦ ਸਪਸ਼ਟ ਹੋ ਗਈ ਹੈ ਜਾਂ ਜਾਂਦੀ ਹੈ ਕਿ ਪਤਿਤ ਪੁਣੇ ਦਾ ਰੁਝਾਨ ਕਮਿਊਨਿਸਟ ਲਹਿਰ ਦੀ ਦੇਣ ਨਹੀਂ, ਸਗੋਂ ਇਹ ਵਬਾ ਸਿੱਖ ਸਮਾਜ ਉੱਪਰ ਪੱਛਮੀ ਸੱਭਿਆਚਾਰ ਅਤੇ ਹਿੰਦੂ ਜੀਵਨ ਪ੍ਰਣਾਲੀ ਦੇ ਜੁੜਵੇਂ ਦੁਰਪ੍ਰਭਾਵਾਂ ਦੀ ਦੇਣ ਹੈ। ਸਿੱਖ ਸਮਾਜ ਇਸ ਲਾਗ ਨੂੰ ਪੱਛਮ ਤੋਂ ਸਿੱਧੇ ਰੂਪ 'ਚ ਵੀ ਗ੍ਰਹਿਣ ਕਰਦਾ ਹੈ, ਪਰੰਤੂ ਵੱਧ ਮਾਰੂ ਪ੍ਰਭਾਵ ਆਪਣੇ ਹਿੰਦੂ ਜਗਤ ਨਾਲ ਨਿਰੰਤਰ ਤੇ ਰੋਜ਼ਮਰਾ ਦੇ ਅੰਤਰਕਰਮ 'ਚੋਂ ਗ੍ਰਹਿਣ ਕਰਦਾ ਹੈ। ਸਿੱਖ ਨੌਜਵਾਨਾਂ ਨੂੰ ਮਾਨਮਤ ਦੇ ਰਾਹ ਪਾਉਣ ਵਿੱਚ ਹਿੰਦੀ ਫਿਲਮੀ ਸੱਭਿਆਚਾਰ ਦਾ ਮੁੱਢ ਤੋਂ ਹੀ ਭਾਰੀ ਯੋਗਦਾਨ ਰਿਹਾ ਹੈ। ਪਿਛਲੇ ਸਮੇਂ ਦੌਰਾਨ ਟੀਵੀ ਤੇ ਵੀਡੀਓ ਕਲਚਰ ਦੇ ਬੇਰੋਕ ਅਤੇ ਬੇਥਾਹ ਪਸਾਰ ਨਾਲ ਸਿੱਖ ਸਮਾਜ ਅੰਦਰ ਨੈਤਿਕ ਤੇ ਸੱਭਿਆਚਾਰਕ ਵਿਗਾੜਾਂ ਦਾ ਅਮਲ ਅਜਿਹੀ ਧੁੱਸ ਅਖਤਿਆਰ ਕਰ ਗਿਆ ਹੈ ਕਿ ਸਿੱਖ ਜੀਵਨ ਮਰਿਆਦਾ ਲਈ ਇੱਕ ਗੰਭੀਰ ਸੰਕਟ ਖੜਾ ਹੋ ਗਿਆ ਹੈ। 60ਵਿਆਂ 70ਵਿਆਂ ਵਿੱਚ ਜਦ ਪੱਛਮ ਦਾ ਨੈਤਿਕ ਤੇ ਰੂਹਾਨੀ ਸੰਕਟ ਕੋਝੀ ਸ਼ਕਲ ਅਖਤਿਆਰ ਕਰ ਗਿਆ ਸੀ ਅਤੇ ਇਸ ਨੇ ਦੁਨੀਆ ਦੇ ਘੱਟ ਵਿਕਸਿਤ ਮੁਲਕਾਂ ਦੇ ਰਵਾਇਤੀ ਸਮਾਜੀ ਸੱਭਿਆਚਾਰਕ ਜੀਵਨ ਉੱਤੇ ਆਪਣੇ ਕੁਲਹਿਣੇ ਅਸਰ ਪ੍ਰਗਟਾਉਣੇ ਸ਼ੁਰੂ ਕਰ ਦਿੱਤੇ ਸਨ, ਤਾਂ ਇਹਨਾਂ ਮੁਲਕਾਂ ਦੇ ਧਾਰਮਿਕ ਹਲਕਿਆਂ ਅੰਦਰ ਤਿੱਖੀ ਹਿਲਜੁਲ ਪੈਦਾ ਹੋ ਗਈ ਸੀ। ਸਿੱਟੇ ਵਜੋਂ ਪੱਛਮ ਦੀ ਆਰਥਿਕ ਤਰੱਕੀ ਤੇ ਖੁਸ਼ਹਾਲੀ ਉੱਤੇ ਲੱਟੂ ਹੋ ਉੱਠਣ ਦੀ ਜਗ੍ਹਾ ਇਸ ਨੂੰ ਸ਼ੱਕ ਤੇ ਪੜਚੋਲ ਦੀ ਨਿਗਾਹ ਨਾਲ ਦੇਖਣ ਦੀ ਹਾਂਦਰੂ ਰੁਚੀ ਪਨਪਣ ਲੱਗੀ। ਇਸ ਮਾਮਲੇ ਵਿੱਚ ਇਸਲਾਮ ਜਗਤ, ਖਾਸ ਕਰਕੇ ਈਰਾਨ, ਕਈ ਪੱਖਾਂ ਤੋਂ ਸਿੱਖਿਆਦਾਇਕ ਉਦਾਹਰਣ ਮੁਹੱਈਆ ਕਰ ਰਿਹਾ ਸੀ। ਸ਼ਾਹ ਈਰਾਨ ਨੇ ਅਮਰੀਕਾ ਦੇ ਆਸ਼ੀਰਵਾਦ ਤੇ ਉਸ ਦੀ ਛਤਰ ਛਾਇਆ ਥੱਲੇ ਈਰਾਨ ਅੰਦਰ ਆਰਥਿਕ ਤਰੱਕੀ ਤੇ ਵਿਕਾਸ ਦਾ ਜੋ ਰਾਹ ਅਖਤਿਆਰ ਕੀਤਾ, ਜਿਸ ਨੂੰ ਚਿੱਟੇ ਇਨਕਲਾਬ ਦਾ ਨਾਮ ਦਿੱਤਾ ਗਿਆ, ਉਸ ਨਾਲ ਨਾ ਸਿਰਫ ਈਰਾਨ ਦੇ ਅਰਥਚਾਰੇ ਅੰਦਰ ਵੱਡੇ ਅਸੰਤੁਲਨ ਤੇ ਕਜੋੜਤਾ ਪੈਦਾ ਹੋ ਗਈ, ਸਗੋਂ ਈਰਾਨ ਦੇ ਰਵਾਇਤੀ ਜੀਵਨ ਅਮਲ ਦਾ ਸਾਰਾ ਤਾਲ ਹੀ ਉਖੜ ਗਿਆ। ਪੱਛਮੀ ਸੱਭਿਆਚਾਰ ਦੇ ਨਾਕਾਰੀ ਪ੍ਰਭਾਵਾਂ ਨੇ ਇਸਲਾਮੀ ਰਵਾਇਤਾਂ ਤੇ ਕਦਰਾਂ ਕੀਮਤਾਂ ਨੂੰ ਵੱਡੀ ਪੱਧਰ ਤੇ ਢਾਹ ਲਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਪ੍ਰਤੀਕਰਮ ਵਜੋਂ
ਆਇਤੁੱਲਾ ਖੁਮੀਨੀ ਦੀ ਅਧਿਆਤਮਿਕ ਤੇ ਰਾਜਨੀਤਿਕ ਲੀਡਰਸ਼ਿਪ ਹੇਠ ਇੱਕ ਜਾਨਦਾਰ ਇਸਲਾਮੀ ਲਹਿਰ ਲਾਮਬੰਦ ਹੋ ਉੱਠੀ। ਈਰਾਨ ਅੰਦਰ ਅਮਰੀਕੀ ਸਾਮਰਾਜਵਾਦੀ ਹਿੱਤਾਂ ਦੀ ਪੂਰਤੀ ਦਾ ਸੰਦ ਬਣੀ ਹੋਈ ਸ਼ਾਹ ਈਰਾਨ ਦੀ ਹਕੂਮਤ ਵੱਲੋਂ ਈਰਾਨੀ ਜਨਤਾ ਦੇ ਇਸ ਇਨਕਲਾਬੀ ਰੋਹ ਨੂੰ ਵਹਿਸ਼ੀ ਤਸ਼ੱਦਦ ਨਾਲ ਸ਼ਾਂਤ ਕਰਨ ਦੇ ਸਾਰੇ ਯਤਨ ਨਾਕਾਮ ਹੋ ਗਏ। ਲਹੂ ਵੀਟਵੇਂ ਸੰਘਰਸ਼ ਤੋਂ ਬਾਅਦ ਅਖੀਰ ਫਰਵਰੀ 1979 ਵਿੱਚ ਸ਼ਾਹ ਈਰਾਨ ਦੀ ਹਕੂਮਤ ਲੋਕ ਰੋਹ ਦੇ ਵਰੋਲਿਆਂ ਅੱਗੇ ਸੁੱਕੇ ਤਿਣਕਿਆਂ ਵਾਂਗ ਉੱਡ ਗਈ। ਆਇਤੁੱਲਾ ਖੁਮੀਨੀ ਦੀ ਅਗਵਾਈ ਹੇਠ ਕਾਇਮ ਹੋਈ ਇਸਲਾਮੀ ਹਕੂਮਤ ਨੇ ਈਰਾਨ ਦੀ ਧਰਤੀ ਉੱਤੋਂ ਅਮਰੀਕੀ ਘੁਸਪੈਠ ਤੇ ਦਾਅਵੇ ਦਾ ਹਰ ਨਾਮੋ ਨਿਸ਼ਾਨ ਮਿਟਾ ਦੇਣ ਦਾ ਤਹਈਆ ਕਰ ਲਿਆ ਅਤੇ ਇਸ ਦਿਸ਼ਾ ਵਿੱਚ ਕਈ ਠੋਸ ਪ੍ਰਭਾਵਸ਼ਾਲੀ ਕਦਮ ਚੁੱਕੇ। ਈਰਾਨ ਅੰਦਰ ਵਾਪਰੇ ਇਸ ਇਨਕਲਾਬੀ ਘਟਨਾਕ੍ਰਮ ਨੇ ਹੋਰਨਾਂ ਥਾਵਾਂ ਉੱਤੇ ਵੀ ਇਸਲਾਮੀ ਤਾਕਤਾਂ ਨੂੰ ਭਾਰੀ ਉਤਸ਼ਾਹ ਬਖਸ਼ਿਆ ਤੇ ਮੁਸਲਿਮ ਜਗਤ ਅੰਦਰ ਪੱਛਮ ਦੀਆਂ ਨਿਘਾਰਵਾਦੀ ਸੱਭਿਆਚਾਰਕ ਅਲਾਮਤਾਂ ਖਿਲਾਫ ਆਮ ਜਾਗਰੂਕਤਾ ਪੈਦਾ ਹੋਣ ਲੱਗੀ। ਇਸ ਦੀ ਤੁਲਨਾ ਵਿੱਚ 60ਵਿਆਂ-70ਵਿਆਂ ਦੇ ਦਹਾਕਿਆਂ ਦੌਰਾਨ ਸਿੱਖ ਪੰਥ ਅੰਦਰੋਂ ਅਜਿਹੀ ਕੋਈ ਹੋਣਹਾਰ ਤਾਕਤ ਪੈਦਾ ਨਾ ਹੋ ਸਕੀ ਜੋ ਨਾ ਸਿਰਫ ਪਦਤ-ਪੁਣੇ ਦੇ ਰੁਝਾਨ ਦੇ ਅਮਲੀ ਜਾਂ ਅਸਲੀ ਸੋਮੇ ਦੀ ਪਛਾਣ ਕਰ ਸਕਦੀ, ਸਗੋਂ ਨਾਲ ਹੀ ਇਸ ਸਚਾਈ ਨੂੰ ਵੀ ਗ੍ਰਹਿਣ ਕਰ ਸਕਦੀ ਕਿ ਇਹ ਸਿੱਖ ਪੰਥ ਅੰਦਰਲਾ ਮਾਇਆਧਾਰੀ ਵਰਗ ਹੀ ਹੈ ਜੋ ਸਿੱਖ ਸਮਾਜ ਅੰਦਰ ਪੱਛਮ ਦੇ ਨਿਘਾਰਵਾਦੀ ਸੱਭਿਆਚਾਰ ਦੀ ਸੜਿਆਂਦ ਨੂੰ ਫੈਲਾਉਣ ਦਾ ਪ੍ਰਮੁੱਖ ਵਾਹਕ ਬਣਿਆ ਹੋਇਆ ਹੈ ਅਤੇ ਹਿੰਦੂਵਾਦੀ ਤਾਕਤਾਂ ਵੱਲੋਂ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਢਾਹ ਲਾਉਣ ਦੀ ਮਨਸ਼ਾ ਨਾਲ ਇਸ ਅਮਲ ਨੂੰ ਉਚੇਚੇ ਤੌਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜੇਕਰ ਪੰਥ ਅੰਦਰਲੇ ਕਿਸੇ ਵਰਗ ਨੇ ਮਸਲੇ ਦੀ ਇਸ ਰੂਪ ਵਿੱਚ ਪਛਾਣ ਕਰ ਲਈ ਹੁੰਦੀ ਤਾਂ ਹਾਲਤ ਨੇ ਪੱਕ ਨਾਲ ਹੀ ਸਿਫਤੀ ਮੋੜਾ ਕੱਟਿਆ ਹੁੰਦਾ, ਪਰੰਤੂ ਜਿਵੇਂ ਦੱਸਿਆ ਜਾ ਚੁੱਕਾ ਹੈ ਸਿੱਖ ਕੌਮ ਦੀ ਧਾਰਮਿਕ ਤੇ ਰਾਜਸੀ ਲੀਡਰਸ਼ਿਪ 60ਵਿਆਂ ਤੇ 70ਵਿਆਂ ਵਿੱਚ ਕਮਿਊਨਿਸਟ ਲਹਿਰ ਦੀ ਚੜ੍ਹਤ ਤੇ ਪੇਸ਼ ਕਦਮੀ ਤੋਂ ਇਸ ਕਦਰ ਭੈਮਾਨ ਹੋ ਗਈ ਸੀ ਕਿ ਉਸ ਨੂੰ ਹਿੰਦੂਵਾਦ ਜਾਂ ਪੱਛਮ ਦੇ ਸੱਭਿਆਚਾਰਕ ਹੱਲੇ ਦੀ ਤੁਲਨਾ ਵਿੱਚ ਕਮਿਊਨਿਜ਼ਮ ਦਾ ਖਤਰਾ ਵੱਧ ਗੰਭੀਰ ਤੇ ਨਜ਼ਦੀਕੀ ਦਿਖਾਈ ਦੇਣ ਲੱਗ ਪਿਆ ਸੀ, ਜਿਸ ਕਰਕੇ ਉਸ ਨੇ ਆਪਣੀ ਸਾਰੀ ਸ਼ਕਤੀ ਤੇ ਧਿਆਨ ਕਮਿਊਨਿਜ਼ਮ ਦੀ ਹਨੇਰੀ ਨੂੰ ਠੱਲਣ ਤੇ ਲਗਾ ਦਿੱਤਾ ਹੋਇਆ ਸੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੌਰਾਨ ਕਮਿਊਨਿਸਟ ਲਹਿਰ ਦੀ ਸੰਸਾਰ ਵਿਆਪੀ ਚੜ੍ਹਤ ਦਾ ਦੌਰ ਸੀ। 60ਵਿਆਂ ਦੇ ਦੂਸਰੇ ਅੱਧ ਵਿੱਚ ਦੁਨੀਆ ਦੇ ਲਗਭਗ ਸਭਨਾ ਖਿੱਤਿਆਂ ਤੇ ਦੇਸ਼ਾਂ ਅੰਦਰ ਕਾਇਮ ਮੁਕਾਮ ਹਾਲਤਾਂ ਤੋਂ ਬਦਜਨ ਹੋਇਆ ਨੌਜਵਾਨ ਵਰਗ ਮਨਾਂ ਵਿੱਚ ਨਵੇਂ ਸੁਪਨੇ ਲੈ ਕੇ ਬਗਾਵਤ ਦੇ ਰਾਹ ਤੁਰਿਆ ਪਿਆ ਹੋਇਆ ਸੀ। ਚੀਨ ਵਿੱਚ ਮਾਓ ਜ਼ੇ ਤੁੰਗ ਦੇ ਸੱਦੇ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਨੌਜਵਾਨ ਆਪਣੀ ਹੀ ਕਮਿਊਨਿਸਟ ਰਾਜ ਸ਼ਕਤੀ ਸਮੇਤ ਹਰ ਕਿਸਮ ਦੀ ਹਾਕਮਸ਼ਾਹੀ ਨੂੰ ਵੰਗਾਰਦੇ ਹੋਏ ਸੜਕਾਂ ਤੇ ਨਿਕਲ ਤੁਰੇ ਸਨ। ਵੀਅਤਨਾਮ ਦੀ ਜਨਤਾ ਵੱਲੋਂ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਕੌਮੀ ਮੁਕਤੀ ਦੀ ਜਦੋਜਹਿਦ ਦਾ ਬੇਹੱਦ ਉਤਸ਼ਾਹ ਤੇ ਗੌਰਵਸ਼ਾਲੀ ਇਤਿਹਾਸ ਲਿਖਿਆ ਜਾ ਰਿਹਾ ਸੀ। ਅਮਰੀਕੀ ਸਾਮਰਾਜਵਾਦੀਆਂ ਦੁਆਰਾ ਵੀਅਤਨਾਮ ਦੇ ਕਮਿਊਨਿਸਟ ਕਬਜ਼ੇ ਹੇਠਲੇ ਉੱਤਰੀ ਭਾਗ ਦੇ ਪੋਟੇ-ਪੋਟੇ ਨੂੰ ਵੀ B-52 ਬੰਬਾਰਾਂ ਚੋਂ ਵਰਦੇ ਨਾਪਾਮ ਬੰਬਾਂ ਨਾਲ ਪਰੋ ਸੁੱਟਣ ਦੇ ਬਾਵਜੂਦ ਵੀਅਤਨਾਮੀ ਜਨਤਾ ਆਪਣੀਆਂ ਜਿੱਤਾਂ ਦੇ ਜਸ਼ਨ ਮਨਾਉਂਦੀ ਹੋਈ ਨਿਰੰਤਰ ਮੁਕੰਮਲ ਫਤਿਹ ਵੱਲ ਵਧ ਰਹੀ ਸੀ। ਅਫਰੀਕਾ ਤੇ ਏਸ਼ੀਆ ਅੰਦਰ ਬਸਤੀਵਾਦ ਦੀ ਰਹਿੰਦ ਖੂੰਦ ਨੂੰ ਹੂੰਜ ਸੁੱਟਣ ਲਈ ਆਜ਼ਾਦੀ ਤੇ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਬਹਾਰ ਆਈ ਹੋਈ ਸੀ ਅਤੇ ਇਹਨਾਂ ਲਹਿਰਾਂ ਅੰਦਰ ਕਮਿਊਨਿਸਟ ਤਾਕਤਾਂ ਅਹਿਮ ਭੂਮਿਕਾ ਅਦਾ ਕਰ ਰਹੀਆਂ ਸਨ। ਫਰਾਂਸ ਤੇ ਹੋਰਨਾਂ ਯੂਰਪੀ ਦੇਸ਼ਾਂ ਅੰਦਰ ਨੌਜਵਾਨ ਵਿਦਿਆਰਥੀ ਵਰਗ ਸਥਾਪਤੀ ਨੂੰ ਚੁਣੌਤੀ ਦਿੰਦਾ ਹੋਇਆ ਸੜਕਾਂ ਉੱਤੇ ਨਿਕਲ ਆਇਆ ਸੀ।
ਭਾਰਤ ਦੇ ਅੰਦਰ ਕਮਿਊਨਿਸਟ ਤਾਕਤਾਂ ਨੇ ਦੋ ਰਾਜਾਂ ਪੱਛਮੀ ਬੰਗਾਲ ਤੇ ਕੇਰਲਾ ਅੰਦਰ ਆਪਣੀ ਭਾਰੂ ਹੈਸੀਅਤ ਬਣਾ ਲਈ ਹੋਈ ਸੀ ਅਤੇ 1967 ਵਿੱਚ ਪੱਛਮੀ ਬੰਗਾਲ ਦੇ ਨਕਸਲਬਾੜੀ ਨਾਂ ਦੇ ਖੇਤਰ ਚੋਂ ਉੱਠੀ ਖਾੜਕੂ ਕਮਿਊਨਿਸਟ ਲਹਿਰ ਜੰਗਲ ਦੀ ਅੱਗ ਵਾਂਗ ਤੇਜ਼ੀ ਨਾਲ ਸਾਰੇ ਦੇਸ਼ ਅੰਦਰ ਫੈਲ ਗਈ ਸੀ। ਪੰਜਾਬ ਅੰਦਰ ਪੜ੍ਹੇ ਲਿਖੇ ਪੇਂਡੂ ਸਿੱਖ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਲਹਿਰ ਵੱਲ ਕੀਲੇ ਗਏ ਸਨ ਅਤੇ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ ਕਮਿਊਨਿਸਟ ਲਹਿਰ ਦੇ ਮਜ਼ਬੂਤ ਗੜ੍ਹਾਂ ਵਿੱਚ ਤਬਦੀਲ ਹੋ ਗਏ ਸਨ। ਕਮਿਊਨਿਸਟ ਵਿਚਾਰਧਾਰਾ ਦੇ ਜਨੂਨੀ ਪ੍ਰਭਾਵ ਹੇਠ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਅੰਦਰ ਧਰਮ ਤੋਂ ਨਾਬਰ ਹੋਣ, ਖਾਸ ਕਰਕੇ ਸਿੱਖੀ ਦੇ ਬਾਹਰੀ ਚਿੰਨ੍ਹਾਂ ਦਾ ਮਿੱਥ ਕੇ ਤਿਆਗ ਕਰਨ ਦੀ ਕਰੂਚੀ ਇਸ ਕਦਰ ਜ਼ੋਰ ਫੜ ਗਈ ਸੀ ਕਿ ਧਰਮ ਨੂੰ ਭੰਡਣਾ ਇੱਕ ਆਮ ਫੈਸ਼ਨ ਬਣ ਗਿਆ ਸੀ। ਅਜਿਹੀ ਹਾਲਤ ਦੇ ਸਨਮੁਖ ਸਿੱਖ ਧਾਰਮਿਕ ਹਲਕਿਆਂ ਦਾ ਧਰਮ ਦੇ ਭਵਿੱਖ ਪ੍ਰਤੀ ਚਿੰਤਾਗ੍ਰਸਤ ਹੋ ਜਾਣਾ ਅਤੇ ਕਮਿਊਨਿਜ਼ਮ ਦੇ ਤੇਜ਼ੀ ਨਾਲ ਵੱਧ ਪਸਰ ਰਹੇ ਪ੍ਰਭਾਵ ਨੂੰ ਤੌਖਲੇ ਭਰੀ ਨਜ਼ਰ ਨਾਲ ਦੇਖਣਾ ਅਸੁਭਾਵਿਕ ਜਾਂ ਅਣਉਚਿਤ ਨਹੀਂ ਸੀ। ਪਰ ਈਰਾਨ ਅੰਦਰਲੀਆਂ ਇਸਲਾਮੀ ਤਾਕਤਾਂ ਦੀ ਤੁਲਨਾ ਵਿੱਚ ਸਿੱਖ ਲੀਡਰਸ਼ਿਪ ਦੇ ਵਿਚਾਰਧਾਰਕ ਨਜ਼ਰੀਏ ਵਿੱਚ ਵੱਡਾ ਕੱਜ ਇਹ ਸੀ ਕਿ ਉਸ ਕੋਲ ਬੁਨਿਆਦੀ ਦੁਸ਼ਮਣ ਤੇ ਫੌਰੀ ਦੁਸ਼ਮਣ ਵਿਚਕਾਰ ਅਤੇ ਚਿਰ ਸਦੀਵੀ ਤੇ ਵਕਤੀ ਖਤਰੇ ਵਿਚਕਾਰ ਨਖੇੜਾ ਕਰਨ ਦੀ ਸੂਝ ਸਮਰੱਥਾ ਜਾਂ ਇਹ ਕਹਿ ਲਵੋ ਕਿ ਰੁਚੀ ਨਹੀਂ ਸੀ। ਬਾਅਦ ਵਿੱਚ ਵਾਪਰੇ ਘਟਨਾਕ੍ਰਮ ਨੇ ਇਹ ਸੱਚਾਈ ਪ੍ਰਤੱਖ ਰੂਪ ਵਿੱਚ ਉਜਾਗਰ ਕਰ ਦਿੱਤੀ ਕਿ ਕਮਿਊਨਿਜ਼ਮ ਦੀ ਚੜ੍ਹਤ ਇਤਿਹਾਸ ਦਾ ਇੱਕ ਆਰਜ਼ੀ ਵਰਤਾਰਾ ਸੀ। ਕਮਿਊਨਿਜ਼ਮ ਦਾ ਸਿੱਖ ਧਰਮ ਉੱਤੇ ਹੱਲਾ ਵੱਧ ਦਾਰਸ਼ਨਿਕ ਤੇ ਵਿਚਾਰਧਾਰਕ ਵੰਨਗੀ ਦਾ ਸੀ ਅਤੇ ਹਿੰਦੂਵਾਦੀ ਹੱਲੇ ਦੀ ਤੁਲਨਾ ਵਿੱਚ ਇਸ ਦੀ ਮਾਰ ਬਹੁਤ ਸੀਮਤ ਸੀ। ਕਮਿਊਨਿਸਟ ਵਿਚਾਰਧਾਰਾ ਬਹੁਤ ਜ਼ੋਰ ਲਾ ਕੇ ਵੀ ਸਿੱਖ ਨੌਜਵਾਨਾਂ ਤੇ ਬੁੱਧੀਜੀਵੀਆਂ ਦੇ ਇੱਕ ਹਿੱਸੇ ਨੂੰ ਹੀ ਪ੍ਰਭਾਵਿਤ ਕਰ ਸਕਦੀ ਸੀ। ਇਸ ਵਿੱਚ ਸਮੁੱਚੇ ਸਿੱਖ ਪੰਥ ਜਾਂ ਇਸ ਦੇ ਬਹੁਤ ਵੱਡੇ ਹਿੱਸੇ ਨੂੰ ਆਪਣੇ ਰੋੜ ਅੰਦਰ ਵਹਾ ਕੇ ਲੈ ਜਾਣ ਦਾ ਦਮ ਨਹੀਂ ਸੀ। ਹੋਇਆ ਵੀ ਇੰਜ ਹੀ। ਆਪਣੀ ਪੂਰੀ ਚੜ੍ਹਤ ਮੌਕੇ ਵੀ ਨਕਸਲੀ ਲਹਿਰ ਪੜ੍ਹੇ ਲਿਖੇ ਪੇਂਡੂ ਸਿੱਖ ਨੌਜਵਾਨਾਂ ਦੇ ਇੱਕ ਛੋਟੇ ਹਿੱਸੇ ਨੂੰ ਹੀ ਆਪਣੇ ਪ੍ਰਭਾਵ ਹੇਠ ਲਿਆਉਣ ਵਿੱਚ ਸਫਲ ਹੋ ਸਕੀ ਸੀ। ਆਮ ਸਿੱਖ ਜਨਤਾ ਨੇ ਇਸ ਦਾ ਕੋਈ ਖਾਸ ਅਸਰ ਨਹੀਂ ਸੀ ਕਬੂਲਿਆ। ਸਿੱਖ ਨੌਜਵਾਨਾਂ ਉੱਤੇ ਵੀ ਇਸ ਦਾ ਪ੍ਰਭਾਵ ਥੋੜ੍ਹਾ ਚਿਰ ਹੀ ਸਾਬਤ ਹੋਇਆ। ਇਸ ਦੀ ਤੁਲਨਾ ਵਿੱਚ ਹਿੰਦੂਵਾਦ ਦਾ ਖਤਰਾ ਆਰਜ਼ੀ ਨਹੀਂ ਸੀ, ਸਗੋਂ ਚਿਰ ਸਦੀਵੀ ਸੀ ਤੇ ਜਾਂ ਹੈ। ਉਸ ਦੀ ਮਾਰ ਸਿੱਖ ਪੰਥ ਦੇ ਕੁਝ ਵਰਗਾਂ ਤੱਕ ਸੀਮਿਤ ਨਹੀਂ, ਉਹ ਬੜੇ ਸਬੂਤੇ ਭਾਈਚਾਰੇ ਨੂੰ ਨਿਗਲ ਲੈਣ ਦੀ ਭੁੱਖ ਤੇ ਸਮਰੱਥਾ ਰੱਖਦਾ ਹੈ। ਮਾਰਕਸਵਾਦ ਦੀ ਤੁਲਨਾ ਵਿੱਚ ਬ੍ਰਾਹਮਣਵਾਦ ਦਾ ਸਿੱਖ ਸਮਾਜ ਉੱਤੇ ਵਿਚਾਰਧਾਰਕ ਅਸਰ ਕਿਤੇ ਵੱਧ ਵਿਆਪਕ ਤੇ ਗਹਿਰਾ ਹੈ। ਅਹਿਮ ਗੱਲ ਇਹ ਕਿ ਉਸ ਦਾ ਵਿਰੋਧ ਸਿੱਖੀ ਦੇ ਰੂਪ ਵਾਲੇ ਪੱਖ ਨਾਲ ਘੱਟ ਅਤੇ ਸਿੱਖੀ ਦੇ ਸਿਧਾਂਤਕ ਪੱਖ ਨਾਲ ਵੱਧ ਹੈ। ਲੋੜ ਪੈਣ ਤੇ ਉਹ ਸਿੱਖੀ ਦੇ ਸਰੂਪ ਨਾਲ ਤਾਂ ਸਮਝੌਤਾ ਕਰ ਸਕਦਾ ਹੈ, ਪਰ ਸਿੱਖੀ ਦੇ ਸਿਧਾਂਤਾਂ ਪ੍ਰਤੀ ਆਪਣੀ ਜ਼ੱਦੀ ਨਫ਼ਰਤ ਤੇ ਦੁਸ਼ਮਣੀ ਨੂੰ ਉਹ ਇੱਕ ਪਲ ਲਈ ਵੀ ਨਹੀਂ ਭੁੱਲ ਸਕਦਾ। ਸੋ ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਉਸ ਵੇਲੇ ਵੀ ਜਦ ਕਮਿਊਨਿਸਟ ਵਿਚਾਰਧਾਰਾ ਸਿੱਖ ਨੌਜਵਾਨਾਂ ਅੰਦਰ ਨਾਸਤਿਕ ਪੁਣੇ ਤੇ ਪਦਤ ਪੁਣੇ ਵਰਗੀਆਂ ਕਰੂਚੀਆਂ ਨੂੰ ਉਤਸ਼ਾਹਿਤ ਕਰਨ ਵਾਲਾ ਮੁੱਖ ਪ੍ਰੇਰਕ ਤੱਤ ਬਣੀ ਹੋਈ ਸੀ, ਹਿੰਦੂਵਾਦ ਦੇ ਖਤਰੇ ਨੂੰ ਘਟਾ ਕੇ ਦੇਖਣ ਜਾਂ ਇਸ ਪ੍ਰਤੀ ਅਵੇਸਲੇ ਹੋਣ ਦਾ ਕੋਈ ਕਾਰਨ ਨਹੀਂ ਸੀ। ਬਾਅਦ ਵਿੱਚ ਜਾ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਠੋਸ ਅਮਲ ਦੇ ਜ਼ਰੀਏ ਇਹ ਗੱਲ ਸਾਬਤ ਕਰ ਦਿਖਾਈ ਕਿ 60ਵਿਆਂ ਤੇ 70ਵਿਆਂ ਵਿੱਚ ਸਿੱਖ ਲੀਡਰਸ਼ਿਪ ਦੁਆਰਾ ਹਿੰਦੂਵਾਦ ਨੂੰ ਛੋਟ ਦੇ ਕੇ ਕਮਿਊਨਿਜ਼ਮ ਨਾਲ ਨਿਰਾਰਥਕ ਆਡਾ ਲਾਉਣ ਦਾ ਪੈਂਤੜਾ ਸੱਪ ਦੇ ਭੁਲੇਖੇ ਰੱਸੀ ਨੂੰ ਕੁੱਟਣ ਵਾਲੀ ਗੱਲ ਸੀ। ਇਵੇਂ ਹੀ ਸਿੱਖ ਸਮਾਜ ਨੂੰ, ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਪੱਛਮ ਦੀਆਂ ਨਕਾਰੀ ਤੱਤ ਵਾਲੀਆਂ ਸੱਭਿਆਚਾਰਕ ਅਲਾਮਤਾਂ ਪ੍ਰਤੀ ਸੁਚੇਤ ਅਤੇ ਜਾਗਰੂਕ ਕਰਨ ਦੀ ਥਾਂ ਕਮਿਊਨਿਜ਼ਮ ਤੇ ਨਾਸਤਿਕਪੁਣੇ ਵਿਰੁੱਧ ਅਮੂਰਤ ਪੱਧਰ ਤੇ ਕੀਤਾ ਗਿਆ ਪ੍ਰਾਪੇਗੰਡਾ ਅਣਉਪਜਾਊ ਬਣ ਕੇ ਰਹਿ ਗਿਆ। ਸਿੱਖ ਵਿਦਵਾਨਾਂ ਨੇ ਪੱਛਮ ਦੇ ਨੈਤਿਕ ਤੇ ਰੂਹਾਨੀ ਸੰਕਟ ਦਾ ਡੂੰਘਾ ਵਿਸ਼ਲੇਸ਼ਣ ਕਰਨ ਅਤੇ ਸਿੱਖ ਪੰਥ ਨੂੰ ਇਸ ਦੇ ਮਾਰੂ ਪ੍ਰਭਾਵਾਂ ਤੋਂ ਆਗਾਹ ਕਰਨ ਦੇ ਕਾਰਜ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ। ਈਰਾਨ ਦੇ ਸਬਕਾਂ ਨੂੰ ਗ੍ਰਹਿਣ ਕਰਨ ਦੀ ਉੱਕਾ ਹੀ ਕੋਈ ਕੋਸ਼ਿਸ਼ ਸਾਹਮਣੇ ਨਹੀਂ ਆਈ। ਇਤਿਹਾਸ ਦੇ
ਏਡੇ ਮਹੱਤਵਪੂਰਨ ਘਟਨਾਕ੍ਰਮ ਨੂੰ ਬੌਧਿਕ ਚਰਚਾ ਦਾ ਵਿਸ਼ਾ ਤੱਕ ਨਾ ਬਣਾਉਣਾ ਸਮੁੱਚੇ ਸਿੱਖ ਬੁੱਧੀਜੀਵੀ ਵਰਗ ਲਈ ਇੱਕ ਮਿਹਣੇ ਵਾਲੀ ਗੱਲ ਹੈ। ਸਿਰਲੇਖ ਆਨੰਦਪੁਰ ਦਾ ਮਤਾ। ਵਿਚਾਰ ਅਧੀਨ ਇਸ ਅਰਸੇ ਦੇ ਦੌਰਾਨ ਸਿੱਖ ਕੌਮ ਨੇ ਆਪਣੇ ਕਈ ਅਹਿਮ ਪੁਰਬ ਮਨਾਏ। 1966 ਵਿੱਚ ਦਸਮ ਪਾਤਸ਼ਾਹ ਦਾ 300 ਸਾਲਾ ਪ੍ਰਗਟ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਉਤਸਵ ਤੇ ਵੱਡੇ ਪ੍ਰੋਗਰਾਮ ਰਚੇ ਗਏ। 1975 ਵਿੱਚ ਨੌਵੀਂ ਪਾਤਸ਼ਾਹੀ ਦੇ 300 ਸਾਲਾ ਸ਼ਹੀਦੀ ਦਿਵਸ ਤੇ ਕੌਮ ਨੇ ਵੱਡੀ ਪੱਧਰ ਤੇ ਜਲੂਸਾਂ ਵਿੱਚ ਸ਼ਿਰਕਤ ਕੀਤੀ। ਲੰਮੀ ਜਦੋਜਹਿਦ ਉਪਰੰਤ 1966 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਦੀ ਮੰਗ ਵੀ ਪ੍ਰਵਾਨ ਕਰਵਾ ਲਈ ਗਈ। ਅਕਾਲੀ ਦਲ ਨੂੰ 3 ਵਾਰ ਹਕੂਮਤੀ ਆਸਣ ਉੱਤੇ ਬਿਰਾਜਮਾਨ ਹੋਣ ਦਾ ਸੁਭਾਗ ਵੀ ਪ੍ਰਾਪਤ ਹੋ ਗਿਆ। ਆਰਥਿਕ ਖੇਤਰ ਅੰਦਰ ਹਰੇ ਇਨਕਲਾਬ ਦੀਆਂ ਬਰਕਤਾਂ ਨੇ ਸਿੱਖ ਕਿਸਾਨੀ ਤੇ ਹੋਰਨਾਂ ਵਰਗਾਂ ਦੀ ਆਰਥਿਕ ਦਸ਼ਾ ਅੰਦਰ ਚੋਖਾ ਸੁਧਾਰ ਲੈ ਆਂਦਾ। ਸਮਾਜਿਕ ਤੇ ਵਿਦਿਅਕ ਖੇਤਰ ਅੰਦਰ ਵੀ ਸਿੱਖ ਭਾਈਚਾਰੇ ਨੇ ਮੁਕਾਬਲਤਨ ਚੰਗੀ ਤਰੱਕੀ ਕਰ ਲਈ। ਫੌਜ, ਪੁਲਿਸ ਵਗੈਰਾ ਤੋਂ ਲੈ ਕੇ ਰਾਜ ਪ੍ਰਬੰਧ ਦੇ ਹੋਰਨਾਂ ਖੇਤਰਾਂ ਤੱਕ ਗਿਣਵੇਂ ਚੁਣਵੇਂ ਸਿੱਖਾਂ ਨੂੰ ਉੱਚੀਆਂ ਪਦਵੀਆਂ ਵੀ ਨਸੀਬ ਹੋ ਗਈਆਂ। ਸਨਅਤ, ਵਪਾਰ ਦੇ ਤਕਨੀਕੀ ਖੇਤਰਾਂ ਅੰਦਰ ਵੀ ਕੁਝ ਚੋਣਵੇਂ ਸਿੱਖਾਂ ਨੇ ਚੰਗੀ ਤਰੱਕੀ ਤੇ ਸ਼ੋਹਰਤ ਹਾਸਲ ਕਰ ਲਈ। ਪਰ ਇਸ ਸਭ ਕੁਝ ਦੇ ਬਾਵਜੂਦ ਸਿੱਖ ਕੌਮ ਆਤਮਿਕ ਤੌਰ ਤੇ ਉਦਾਸੀ ਤੇ ਢਹਿੰਦੀਆਂ ਕਲਾਂ ਵਿੱਚ ਵਿਚਰ ਰਹੀ ਸੀ। ਉਸ ਨੂੰ ਕਿਸੇ ਵੱਡੀ ਕਮੀ ਤੇ ਡੂੰਘੇ ਖਲਾਅ ਦਾ ਅਹਿਸਾਸ ਹੋ ਰਿਹਾ ਸੀ। ਇਹ ਕਮੀ ਕੀ ਸੀ? ਇਸ ਬਾਰੇ ਸਿੱਖ ਪੰਥ ਨਾ ਤਾਂ ਚੇਤਨਾ ਦੀ ਪੱਧਰ ਤੇ ਸਪਸ਼ਟ ਸੀ ਤੇ ਨਾ ਇੱਕਮਤ ਸੀ। ਪੰਥ ਦੇ ਅੱਡ-ਅੱਡ ਵਰਗਾਂ ਦੇ ਹਿੱਸਿਆਂ ਦੇ ਅਨੁਭਵ ਅਲੱਗ-ਅਲੱਗ ਸਨ, ਪਰ ਸਾਰਿਆਂ ਦੀ ਚੀਜ਼ ਸਾਂਝੀ ਸੀ। ਸਿਰਲੇਖ ਸਿੱਖ ਕੌਮ ਚੌਰਾਹੇ ਤੇ ਹਰੇ ਇਨਕਲਾਬ ਨੇ ਸਿੱਖ ਕਿਸਾਨ ਦੇ ਸਿਰਫ ਘਰ ਹੀ ਦਾਣਿਆਂ ਨਾਲ ਨਹੀਂ ਸਨ ਭਰ ਦਿੱਤੇ, ਨਾਲ ਹੀ ਉਸ ਅੰਦਰ ਵਿਦਿਆ ਤੇ ਸੋਝੀ ਦਾ ਵੀ ਪਸਾਰਾ ਕਰ ਦਿੱਤਾ ਸੀ। ਆੜਤੀਏ ਦੀ ਵਹੀ ਉਹ ਹੁਣ ਉਸ ਲਈ ਓਨੀ ਭੇਦ ਭਰੀ ਸ਼ੈ ਨਹੀਂ ਸੀ ਰਹਿ ਗਈ। ਉਸ ਨੂੰ ਖੇਤੀ ਉੱਤੇ ਲਾਗਤ ਤੇ ਕਮਾਈ ਦਾ ਮੋਟਾ ਜਿਹਾ ਹਿਸਾਬ ਕਿਤਾਬ ਅਤੇ ਮਾਰਕੀਟ ਦੇ ਗੇੜ ਦਾ ਆਮ ਜਿਹਾ ਗਿਆਨ ਹਾਸਲ ਹੋ ਗਿਆ ਸੀ ਕਿ ਬਾਣੀਆ ਵਰਗ ਕਿਸ ਤਰ੍ਹਾਂ ਉਸ ਦੀ ਕਿਰਤ ਕਮਾਈ ਨੂੰ ਦੋਨਾਂ ਹੱਥਾਂ ਨਾਲ ਮਹਿੰਗਾ ਵੇਚ ਕੇ ਤੇ ਸਸਤਾ ਖਰੀਦ ਕੇ ਹੂੰਜ ਹੜੱਪ ਕੇ ਲੈ ਜਾਂਦਾ ਹੈ, ਜਿਸ ਸਦਕਾ ਉਹ ਹੱਡ ਭੰਨਵੀਂ ਮੁਸ਼ੱਕਤ ਦੇ ਬਾਵਜੂਦ ਤੰਗੀ ਤੁਰਸ਼ੀ ਦੇ ਸ਼ਰਾਬ ਤੋਂ ਮੁਕਤ ਨਹੀਂ ਹੋ ਰਿਹਾ, ਜਦ ਕਿ ਬਾਣੀਆ ਵਰਗ ਹੱਥ ਦੀ ਸਫਾਈ ਨਾਲ ਹੀ ਮਾਲਾਮਾਲ ਹੋਈ ਜਾ ਰਿਹਾ ਹੈ। ਜੱਟ ਅਤੇ ਬਾਣੀਏ ਦਾ ਇਹ ਅੰਤਰ ਵਿਰੋਧ ਜੋ ਉਸ ਦੇ ਵੱਡੇ ਵਡੇਰੇ ਪੁਸ਼ਤਾਂ ਤੋਂ ਅਹਿਸਾਸ ਦੇ ਪੱਧਰ ਤੇ ਮਹਿਸੂਸ ਕਰਦੇ ਆ ਰਹੇ ਸਨ, ਘਰ ਵਿੱਚ ਦਾਣੇ ਆ ਜਾਣ ਨਾਲ ਸਿਆਣੇ ਹੋਏ ਜੱਟ ਦੇ ਗੇੜ ਵਿੱਚ ਆ ਗਿਆ ਸੀ ਅਤੇ ਹੱਥਾਂ ਦੀ ਕਮਾਈ ਨੂੰ ਹੱਥਾਂ ਦੀ ਸਫਾਈ ਨਾਲ ਹੜੱਪ ਕੇ ਲੈ ਜਾਣ ਦੇ ਸਦੀਆਂ ਤੋਂ ਪ੍ਰਚਲਿਤ ਇਸ ਦਸਤੂਰ ਨੂੰ ਉਸ ਲਈ ਹੁਣ ਚੁੱਪ ਕਰਕੇ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ ਸੀ। ਉਸ ਦੇ ਅੰਦਰ ਇਸ ਸਦੀਆਂ ਪੁਰਾਣੀ ਲਾਹਨਤ ਤੋਂ ਸੁਰਖਰੂ ਹੋਣ ਅਤੇ ਆਪਣੀ ਕਿਰਤ ਕਮਾਈ ਦੀ ਰਾਖੀ ਕਰਨ ਦਾ ਜਜ਼ਬਾ ਅੰਗੜਾਈਆਂ ਲੈਣ ਲੱਗ ਪਿਆ ਸੀ। ਇਸ ਮਾਮਲੇ ਵਿੱਚ ਉਹ ਯੋਗ ਰਹਿਨੁਮਾਈ ਦੀ ਝਾਕ ਤੇ ਤਲਾਸ਼ ਕਰ ਰਿਹਾ ਸੀ। ਅਜਿਹੀ ਸੂਰਤ-ਏ-ਹਾਲ ਵਿੱਚ 1973 ਤੋਂ 74 ਦੌਰਾਨ ਪੰਜਾਬ ਅੰਦਰ ਕੁਝ ਨਵੀਆਂ ਕਿਸਾਨ ਜਥੇਬੰਦੀਆਂ ਦ੍ਰਿਸ਼ ਤੇ ਉੱਭਰਨੀਆਂ ਸ਼ੁਰੂ ਹੋ ਗਈਆਂ ਸਨ ਅਤੇ ਨਵੀਂ ਕਿਸਮ ਦੇ ਕਿਸਾਨ ਅੰਦੋਲਨਾਂ ਨੇ ਸ਼ਕਲ ਧਾਰਨੀ ਸ਼ੁਰੂ ਕਰ ਦਿੱਤੀ ਸੀ। ਉਧਰ ਆਦਰਸ਼ਵਾਦੀ ਸਿੱਖ ਨੌਜਵਾਨਾਂ ਦਾ ਲਾਲ ਝੰਡੇ ਦੀ ਛਤਰ ਛਾਇਆ ਹੇਠ ਧਰਤੀ ਉੱਤੇ ਸੁਰਗ ਰਚਣ ਦਾ ਸੁਪਨਾ ਚਕਨਾਚੂਰ ਹੋ ਗਿਆ ਸੀ। ਹਰੇ ਇਨਕਲਾਬ ਨਾਲ ਜੁੜ ਕੇ ਆਈ ਆਰਥਿਕ ਖੁਸ਼ਹਾਲੀ ਨੇ ਸਿੱਖ ਮੱਧ ਵਰਗ ਦੀ ਸਿਰਫ ਸੁਰਤ ਨੂੰ ਹੀ ਹਿਲਾਉਣਾ ਨਹੀਂ ਸੀ ਦਿੱਤਾ, ਨਾਲ ਹੀ ਉਸ ਦੀਆਂ ਇੱਛਾਵਾਂ ਨੂੰ ਵੀ ਵੱਡਾ ਪੀਂਘ ਹੁਲਾਰਾ ਦੇ ਦਿੱਤਾ ਸੀ।
ਉਸ ਅੰਦਰ ਜ਼ਿੰਦਗੀ ਵਿੱਚ ਸਫਲ ਹੋਣ ਦੀ ਜ਼ੋਰਦਾਰ ਇੱਛਾ ਤੇ ਤਾਂਘ ਪੈਦਾ ਹੋ ਗਈ ਸੀ। ਹਰੇ ਇਨਕਲਾਬ ਨੇ ਉਸ ਨਾਲ ਜੁੜ ਕੇ ਆਈਆਂ ਸਮਾਜੀ ਸੱਭਿਆਚਾਰਕ ਤਬਦੀਲੀਆਂ ਨੇ ਸਫਲਤਾ ਦਾ ਰਵਾਇਤੀ ਸੰਕਲਪ ਤੋੜ ਦਿੱਤਾ ਸੀ। ਹੁਣ ਸਫਲਤਾ ਵਿੱਚ ਪੈਸਾ, ਦੌਲਤ, ਚੌਧਰ, ਸੱਤਾ, ਸ਼ੋਹਰਤ, ਰੁਤਬਾ ਤੇ ਮਾਣ ਵਕਾਰ ਸਭ ਕੁਝ ਸ਼ਾਮਲ ਹੋ ਗਿਆ ਸੀ। ਪਰ ਇਹਨਾਂ ਟੀਚਿਆਂ ਨੂੰ ਹਾਸਲ ਕਰਨ ਦੇ ਮੌਕੇ ਬਹੁਤੇ ਆਮ ਨਹੀਂ ਸਨ ਅਤੇ ਨਾ ਹੀ ਇਹਨਾਂ ਨੂੰ ਹਾਸਲ ਕਰਨ ਦੇ ਸੰਸਥਾਗਤ ਸਾਧਨ ਇੰਨੇ ਮੋਕਲੇ ਸਨ ਕਿ ਇਹਨਾਂ ਮੱਧ ਵਰਗੀ ਆਸ਼ਾਵਾਂ ਦੀ ਤ੍ਰਿਪਤੀ ਹੋ ਸਕਦੀ। ਸੋ ਇਸ ਪਾਠ ਲਈ, ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।